आस तरन के ऊपर छाए। उस तो बाद जिहड़ा बन गया ਉਹਨੂੰ ਵਿਛਾਈ ਵਿਛਾ के उपरों टकिया है। कर बिनती सतगुरु बिठाए। इस तरह सोहने विछाई वाले पणग दे उपर बेनतियां करके सतगुरु ਨੂੰ बिठाया है। जथा शक्त कर अपर फर्श को। उस तो बाद कहंदे जिस तरह दी शक्ति सी होर ਵਿਛਾਈਆਂ ਕੀਤੀਆਂ ਘਰ ਦੇ ਵਿੱਚ। सिख बैठाए धार हर्ष को। ਜਿਹੜੇ ਗੁਰੂ ਕੇ ਸਿੱਖ ਵਿਧੀ ਚੰਦ ਭਾਈ ਜੇਠਾ ਪੁਰਾਣਾ ਲਗਾਹਾ ਪੈੜਾ ਜੀ ਆਏ ਉਹਨਾਂ ਨੂੰ ਵਿਛਾਈ ਤੇ ਬਿਠਾਇਆ ਬੜੀ ਪ੍ਰਸੰਨਤਾ ਧਾਰਦਿਆਂ ਹੋਇਆਂ। और सर्ब सेवा करनी के। और ਜਿਹੜੀ ਕੋਈ ਸੇਵਾ ਹੈ ਉਹ ਜਲ ਪਾਣੀ ਆਦਿਕ ਦੀ ਸਭ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਕੀਤੀ ਹੈ। चरण पखारत भा सब ही के। ਪਹਿਲਾਂ ਸਤਿਗੁਰੂ ਦੇ ਚਰਨ ਪਰ ਧੋਤੇ ਹਨ। ਉਸ ਤੋਂ ਬਾਅਦ ਜਿਹੜੇ ਗੁਰਸਿੱਖ ਨਾਲ ਆਏ ਉਹਨਾਂ ਦੇ ਵੀ ਚਰਨ ਧੋਤੇ ਹਨ। श्री सतगुर के चरण पखारे। ਹਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੀ ਜਿਹੜੇ ਪਵਿੱਤਰ ਚਰਨ ਉਹ ਪਵਿੱਤਰ ਜਲ ਲੈ ਕੇ ਧੋਤੇ ਹਨ। ਇਸ ਨੇ ਆਪ ਹੀ चरणामृत कुटुंब मुख डारे। ਚਰਨਾਂ ਦਾ ਅੰਮ੍ਰਿਤ ਰੂਪ ਜਲ ਹੈ ਸਾਰੇ ਪਰਿਵਾਰ ਨੇ ਆਪਣੇ ਮੁਖ ਵਿੱਚ ਪਾਇਆ ਹੈ। सर्ब सदन मह छिरकन कीनस। ਪਵਿੱਤਰ ਚਰਨਾਮ ਅੰਮ੍ਰਿਤ ਹੈ ਸਾਰੇ ਘਰ ਦੇ ਅੰਦਰ ਬਾਹਰ ਵੀ ਉਹਨੂੰ ਛਿੜਕਣਾ ਕੀਤਾ ਹੈ। भयो निहाल अधिक फल लीनस। ਜਿਹੜਾ ਸੁਧੂ ਗੁਰਸਿੱਖ ਹੈ ਬਹੁਤ ਹੀ ਨਿਹਾਲੋ ਨਿਹਾਲ ਹੋ ਗਿਆ। ਸਤਿਗੁਰੂ ਦੇ ਚਰਨ ਪੈਣ ਕਰਕੇ ਨੇ ਬਹੁਤ ਹੀ ਫਲ ਲੈ ਲਿਆ ਹੈ। सब विद सुचता तब करी। ਉਸ ਤੋਂ ਬਾਅਦ ਕਹਿੰਦੇ ਸਭ ਤਰ੍ਹਾਂ ਦੀ ਜਿਹੜੀ ਪਵਿੱਤਰਤਾਈ ਹੈ ਸੁਚਮਤਾਈ ਇਸ ਗੁਰਸਿੱਖ ਨੇ ਕੀਤੀ ਹੈ। लेपन आदर सोई धरी। ਰਸੋਈ ਵਾਲੀ ਜਗ੍ਹਾ ਹੈ ਲੰਗਰ ਬਣਾਉਣ ਵਾਲੀ ਜਗ੍ਹਾ ਹੈ ਉੱਥੇ ਕਹਿੰਦੇ ਮਿੱਟੀ ਦਾ ਪੋਚਾ ਜਾ ਦਿੱਤਾ ਹੈ। भोजन करन हार इशनाने। ਫਿਰ ਜਿਨ੍ਹਾਂ ਨੇ ਉਹ ਭੋਜਨ ਤਿਆਰ ਕਰਨਾ ਲੰਗਰ ਬਣਾਉਣਾ ਉਹਨਾਂ ਸਾਰਿਆਂ ਨੇ ਇਸ਼ਨਾਨ ਕਰ ਲਏ ਹਨ। सुच सो नीर नयो भर आने। ਉਸ ਤੋਂ ਬਾਅਦ ਜਿਹੜਾ ਸੁੱਚਾ ਜਲ ਹੈ ਉਹ ਨਵੇਂ ਹੀ ਕਹਿੰਦੇ ਭਰ ਕੇ ਲਿਆਂਦਾ ਹੈ। बासन सकल मांझ कर बृंद। ਜਿੰਨੇ ਕੁ ਗੁਰੂ ਕੇ ਲੰਗਰ ਬਣਾਉਣ ਵਾਲੇ ਭਾਂਡੇ ਹਨ ਉਹ ਸਾਰੇ ਦੇ ਸਾਰੇ ਕਹਿੰਦੇ ਮਾਂਜ ਕਰ ਮਾਂਜਣਾ ਕੀਤੇ ਹਨ। ਇਹ ਜਾਣੀ ਇਤਿਹਾਸ ਵਿੱਚ ਸਾਰਾ ਪ੍ਰਸੰਗ ਹੈ। ਇਹ ਕੋਈ ਅੱਜ ਦਾ ਨਹੀਂ ਹੈ 100 ਸਾਲ ਤੋਂ ਉੱਪਰ ਦਾ ਲਿਖਿਆ ਹੋਇਆ ਇਤਿਹਾਸ ਹੈ। ਇਹ ਗੁਰੂ ਕੇ ਲੰਗਰ ਦੀ ਮਰਜ਼ਾਦਾ ਐਸੀ ਸੀ ਸਾਰੇ ਜਿਹੜੇ ਭਾਂਡੇ ਠਿੰਡੇ ਹੈ ਚੰਗੀ ਤਰ੍ਹਾਂ ਮਾਂਜ ਕੇ ਫਿਰ ਲੰਗਰ ਤਿਆਰ ਕੀਤਾ ਜਾਂਦਾ ਸੀ। ਅਜੋਕੇ ਸਮੇਂ ਵਿੱਚ ਹੁਣ ਤੁਸੀਂ ਦੇਖ ਲਓ ਵੀ ਕੀ ਕੁਝ ਹੋ ਰਿਹਾ ਅਸੀਂ ਕੀ ਕੁਝ ਕਰ ਰਹੇ ਹਾਂ। ਜਿਹੜੇ ਗੁਰਦੁਆਰੇ ਰਹਿਣ ਵਾਲੇ ਸਰਫ ਜੀ ਲਿਆ ਕੇ ਤੇ ਬਸ ਸਿਰ ਦਿੰਦੇ ਪਾਣੀ 'ਚ ਉਹੀ ਧੋ ਧੂ ਕੇ ਕਹਿੰਦੇ ਬਸ ਠੀਕ ਹੈ ਜੀ ਕੀ ਇਹਨਾਂ ਨੂੰ ਲੱਗਿਆ ਹੈ। ਇਹ ਤਾਂ ਕਹਿੰਦੇ ਐਵੇਂ ਵਹਿਮ ਹੈ ਇਹ ਕੁਛ ਨਹੀਂ ਹੁੰਦਾ ਹੈ। ਕੋਈ ਹੱਥ ਦੂਜੇ ਦੇ ਲੱਗ ਜਾਏ ਤੀਜੇ ਦੇ ਲੱਗ ਜਾਏ ਇਹਨੂੰ ਕੀ ਹੋ ਗਿਆ ਹੈ। ਯਾਨੀ ਐਸਾ ਕੁਛ ਬਹੁਤ ਹੀ ਪ੍ਰਚਾਰ ਹੋ ਰਿਹਾ ਵੀ ਇਹ ਕੁਛ ਨਹੀਂ ਹੁੰਦਾ ਹੈ। ਜੇ ਭਾਂਡੇ ਮਾਂਜੋ ਨਾ ਮਾਂਜੋ ਮਾੜਾ ਮੋਟਾ ਧੋ ਧੂ ਲੋ ਠੀਕ ਹੀ ਹੈ। ਝੂਠ ਕਿਹੜਾ ਕਿਹਦੀ ਦੀਦੀ ਹੈ ਐਵੇਂ ਤੁਸੀਂ ਕਹਿੰਦੇ ਝੂਠਾ ਝੂਠਾ ਤੇ ਕਿੱਥੇ ਦੀਦੀ ਝੂਠ ਇਹ ਐਵੇਂ ਕਹਿਣ ਕਹਾਣ ਨੂੰ ਜਿਵੇਂ ਮਾਈਆਂ ਨੇ ਕਹਿੰਦੇ ਹਊਆ ਆਇਆ ਕੋਈ ਹੈਗਾ ਹੈ ਹੀ ਨਹੀਂ ਹੈ। ਐਵੇਂ ਕਹਿੰਦੇ ਉਹ ਕਲਪਿਆ ਹੋਇਆ ਨਾ ਵੀ ਇਹ ਡਰਾਉਣ ਧਮਕਾਉਣ ਵਾਸਤੇ ਹਊਆ ਮਾਂ ਨੇ ਕਿ ਹਊਆ ਹੋ ਜੂ ਤੂੰ ਚੁੱਪ ਕਰ ਜਾ ਨਹੀਂ ਤੇ ਚੁੱਕ ਕੇ ਲੈ ਜੂ। ਐਵੇਂ ਕਹਿੰਦੇ ਆ ਝੂਠ ਜਾੜ ਵੀ ਕਲਪੀ ਹੈ। ਕਹਿੰਦੇ ਆ ਬਾਹਮਣਾਂ ਨੇ ਕਰਮ ਕਾਂਡੀਆਂ ਨੇ ਕਹਿੰਦੇ ਕੋਈ ਨਹੀਂ ਝੂਠ ਜਾੜ ਹੈਗੀ ਕੁਝ ਨਹੀਂ ਹੁੰਦਾ ਹੈ। ਇੱਥੇ ਵੀ ਇੱਕ ਪ੍ਰਚਾਰ ਜਾ ਕਰ ਰਿਹਾ ਸੀ ਪੜ੍ਹਿਆ ਲਿਖਿਆ ਡਾਕਟਰ ਤੇਜਾ ਸਿੰਘ ਜੀ ਫਿਰ ਸਿੱਧੇ ਚੱਲ ਪੈਂਦੇ ਕਈ ਵਾਰੀ
कहते भी तू कहना कुछ नहीं लगता कि कुछ नहीं हुंदा है, हथ सलाया जां होया होया। कहते हथ लाया तो डांगो डांगी हो जाते, कतल हो जाते हथ लाया। तू कहना हुंदा कुछ नहीं। कहता जी मैं नहीं मनता। कहते ले हुणे मना दिंदे तेनू, तेरे सामने भी लगता कि नहीं, तू टपदा कि नहीं। वो घर वाली किते कोले खड़ोती हुई सी। कहते फिर दसीए तेनू लगता कि नहीं लगता, कोई हुंदा कि नहीं। कहते जी समझाओ फिर चंगी तरह। ਉਹਦੀ ਗੱਲ ਜਿਹਦੇ ਉੱਤੇ ਹੱਥ ਰੱਖਾ ਮਾੜਾ ਜਿਹਾ। ਕਹਿੰਦੇ ਵੀ ਤੈਨੂੰ ਤਾਂ ਨਹੀਂ ਕੁਛ ਹੋਇਆ। ਕਹਿੰਦੇ ਬਸ 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 ਜੀ ਮੈਂ ਸਮਝ ਗਿਆ। ਕਹਿੰਦੇ ਵੀ ਤੂੰ ਇੱਥੇ ਹੱਥ ਸਲਾਈ ਜਾਂਦਾ ਰੋਜ਼, ਸਾਟਾ ਲੱਗਿਆ ਤੇ ਹੋਰ ਕੋਈ ਲਾ ਦੇ ਵੇਖ ਲੈ ਕਿਵੇਂ। ਕਹਿੰਦੇ ਡਾਂਗ ਕੱਢ ਲੇਗਾ ਤੂੰ, ਮੈਨੂੰ ਲੱਗਦੇ ਕੁਛ ਨਹੀਂ ਹੁੰਦਾ। ਕਹਿੰਦਾ ਜੀ ਬਸ ਹੁਣ ਜਿਹੜਾ ਤੁਸੀਂ ਜਿਹੜਾ ਦ੍ਰਿਸ਼ਟਾਂਤ ਪੂਰਾ ਦਿੰਦਾ ਨਹੀਂ ਦੇਣਾ ਸੀ ਉਹ ਕਹਿਤਾ, ਕਾਲ ਨੇ ਅੱਗੇ ਨਾ ਜਾਓ। ਕਹਿੰਦੇ ਬਸ ਮੈਂ ਪੂਰਾ ਸਮਝ ਗਿਆ ਵੀ ਬਹੁਤ ਕੁਛ ਹੋ ਜਾਂਦਾ ਲੱਗੇ ਲਗਾਏ ਤੋਂ ਵੀ। ਉਹ ਇਹੋ ਜਿਹਾ ਨੂੰ ਤਾਂ ਫਿਰ ਇਹੋ ਜਿਹਾ ਹੀ ਉਹ ਸਮਝਾਉਣ ਵਾਲੇ ਫਿਰ ਆ ਜਾਂਦੇ ਨੇ, ਉਹ ਸਮਝਾ ਦਿੰਦੇ ਨੇ, ਫਿਰ ਉਹ ਸਮਝ ਜਾਂਦੇ ਨੇ, ਤਸੱਲੀ ਵੀ ਪੂਰੀ ਕਰਾ ਦਿੰਦੇ ਨੇ। ਇਸ ਤਰ੍ਹਾਂ ਜਾਣੀ ਵੀ ਉਹ ਕਹਿੰਦੇ ਨਹੀਂ ਲੱਗਦਾ ਲੁਕਾ ਕੁਛ ਨਹੀਂ ਹੁੰਦਾ। ਇੱਥੇ ਦੇਖ ਲਓ ਵੀ ਚਲੋ ਹੱਥ ਲਾਉਣਾ ਤਾਂ ਕਿਧਰੇ ਰਹਿ ਗਿਆ। ਸਾਡੀ ਕੋਈ ਘਰ ਵਾਲੀ ਹੈ, ਕੋਈ ਧੀ ਹੈ, ਉਹਨੂੰ ਮਾੜੀ ਜੀ ਬੁਰੀ ਨਿਗਾਹ ਨਾਲ ਕੋਈ ਵੇਖ ਲਏ ਤੇ ਦੇਖ ਲਓ ਸਾਨੂੰ ਲੱਗ ਜੇ ਪਤਾ। ਨਾਲੇ ਉਹਨੇ ਹੱਥ ਨਹੀਂ ਲਾਇਆ ਹਜੇ, ਕੁਝ ਕਿਹਾ ਨਹੀਂ ਜ਼ਬਾਨ ਤੋਂ, ਮਾੜਾ ਜਿਹਾ ਝਾਕੇ ਹੀ ਹੈ ਪੁੱਠਾ ਸਿੱਧਾ, ਤੇ ਉਹ ਵੀ ਉਹ ਝਾਕੀ ਜਾਂਦਾ ਹੀ ਹੈ। ਜਿਹੜੀ ਦੂਜੀ ਨਿਗਾਹ ਨਾ, ਜਿਹੜੀ ਮਾੜੀ ਨਿਗਾਹ, ਜਦੋਂ ਉਹਦੇ ਨਾਲ ਝਾਕਦਾ ਤੇ ਉਦੋਂ ਅਗਲਾ ਬਰਸ਼ਾ ਕੱਢ ਲੈਂਦਾ ਕਿ ਖਰਚਾ ਤੈਨੂੰ ਸਮਝਾਉਣਾ, ਮੈਂ ਬੰਦਾ ਬਣਾਉਣਾ ਕਿ ਕਿਵੇਂ ਤੂੰ ਝਾਕਦਾ ਹੈ। ਯਾਨੀ ਹੱਥ ਲਗਾਉਣ ਦੀ ਕਹਿਣ ਕਹਾਉਣ ਦੀ ਤਾਂ ਬੁਗੜੀ ਵਿਖਰੀ ਗੱਲ ਹੈ। ਯਾਨੀ ਮਾੜਾ ਜਾਂ ਬੁਰੀ ਨਿਗਾਹ ਨਾਲ ਝਾਕਣ ਕਰਕੇ ਤੇ ਉੱਥੇ ਵੀ ਅਸੀਂ ਬੁਰਾ ਮਨਾਉਂਦੇ, ਉੱਥੇ ਵੀ ਅਸੀਂ ਵੀਰ ਰਸ ਵਿੱਚ ਕ੍ਰੋਧ ਵਿੱਚ ਆ ਜਾਂਦੇ, ਮਾਰਨ ਤੱਕ ਜਾਂਦੇ ਹਾਂ। ਇਹ ਜਾਨੀ ਸੁਖੱਲਾ ਸਮਝਣ ਵਾਸਤੇ ਦ੍ਰਿਸ਼ਟਾਂਤ ਚੱਲ ਪਿਆ ਨਾ ਪ੍ਰਸੰਗ। ਕਈ ਵਾਰੀ ਕਈ ਜਿਹੜੇ ਆ ਨਾ ਇਹਦੇ ਹਮ ਨਾ ਮਾਨੂ ਫਿਰ ਇਹੋ ਜਿਹਾ ਨੂੰ ਸਮਝਾਉਣਾ ਪੈਂਦਾ ਖੁੱਲਾ ਵੀ ਐ ਹੁੰਦਾ ਕਿ ਨਹੀਂ, ਤੁਹਾਡੇ ਸਾਹਮਣੇ ਤੁਸੀਂ ਕਰਦੇ ਆ ਕਿ ਨਹੀਂ। ਉੱਥੇ ਫਿਰ ਤੁਹਾਡਾ ਲੱਗਣਾ ਲਗਾਉਣਾ ਕਿੱਧਰ ਗਿਆ, ਕਹਿਣਾ ਕਹਾਉਣਾ ਉੱਥੇ ਨਹੀਂ। ਉੱਥੇ ਡਾਂਗ ਕੱਢਦੇ, ਬਰਸ਼ਾ ਕੱਢਦੇ, ਜਾਂ ਤਾਂ ਉੱਥੇ ਵੀ ਤੁਸੀਂ ਟਿਕੇ ਰਹੋ ਵੀ ਹਾਂ ਵੀ ਜਿਵੇਂ ਮਰਜ਼ੀ ਤੋਂ ਕਰੀ ਕਰਾਈ ਜਾ, ਇਹ ਕੁਛ ਨਹੀਂ ਲੱਗਦਾ ਲੁਗਦਾ। ਉੱਥੇ ਸਾਰਾ ਕੁਝ ਲੱਗਦਾ ਲੁਗਦਾ, ਸਭ ਕੁਛ ਹੀ ਮਰਨ ਮਾਰਨ ਤੱਕ ਜਾਂਦੇ। ਤੇ ਜਦੋਂ ਆ ਝੂਠ ਮੂਠ ਦੀ ਗੱਲ ਹੋ ਜਾਊ ਉਦੋਂ ਕਹਿਣਗੇ ਇਹ ਵਹਿਮ, ਇਹ ਕਰਮਕਾਂਡ, ਇਹ ਫਲਾਨਾ ਧੀਂਗੜਾ ਹੋਏ। ਜੇ ਐਸਾ ਸੀ ਤੇ ਗੁਰੂ ਕਾਲ ਵਿੱਚ ਕਿਉਂ ਹੋਇਆ ਵੀ ਕਿਉਂ ਭਾਂਡੇ ਮਾਂਜੇ ਗਏ। ਗੁਰੂ ਨਾਲ ਤਾਂ ਅਸੀਂ ਸਿਆਣੇ ਨਹੀਂ ਹੈ। ਜਿਹੜੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚੋਂ ਸਾਰਾ ਕੁਝ ਤਿਆਰ ਕਰਦੇ ਸੀ, ਉਹ ਕੋਈ ਐਵੇਂ ਕਮੜੇ ਸੀ, ਕੋਈ ਐਵੇਂ ਮਾਂਜੀ ਗਏ ਹੋ, ਐਵੇਂ ਹੀ ਇਸ਼ਨਾਨ ਕਰੀ ਗਏ ਨਸ਼ਨ ਲੰਗਰ ਤਿਆਰ ਕਰਨ ਤੋਂ ਪਹਿਲਾਂ। ਇੱਥੇ ਵੀ ਆ ਗੁਰੂ ਕੇ ਲੰਗਰ ਵਿੱਚ ਪਹਿਲਾਂ ਬੜੀ ਤਕੜੀ ਮਰਜ਼ਾਦਾ ਸੀ। ਕੋਈ ਵੀ ਲੰਗਰ ਵਿੱਚ ਨਹਾਤੇ ਧੋਤੇ ਬਗੈਰ ਉਹ ਮਹਾਂਪੁਰਸ਼ ਵੜ ਨਹੀਂ ਦਿੰਦੇ ਸੀ। ਕਹਿੰਦੇ ਵੀ ਜਿਹਨੇ ਆਉਣਾ ਨਹਾ ਕੇ ਆਓ ਅੰਦਰ, ਨਹੀਂ ਤਾਂ ਬਾਹਰ ਬੈਠ ਕੇ ਰੋਟੀ ਖਾ ਲਓ। ਦਰਬਾਰ ਜਾਣਾ ਤਾਂ ਵੀ ਇਸ਼ਨਾਨ ਕਰਕੇ ਜਾਓ, ਨਹੀਂ ਤਾਂ ਬਾਹਰੋਂ ਇੱਥੋਂ ਮੱਥਾ ਟੇਕ ਜਾਓ। ਜਿਹੜੀ ਇਤਿਹਾਸ ਪੜ੍ਹਿਆ ਸੀ ਉਹਨਾਂ ਨੂੰ ਪਤਾ ਸੀ ਵੀ ਇਹ ਗੁਰੂ ਕਾ ਦਰਬਾਰ, ਇਹ ਗੁਰੂ ਕਾ ਲੰਗਰ ਹੈ। ਇਹਦੀ ਮਰਜ਼ਾਦਾ ਸਾਡੇ ਘਰ ਵਾਲੀ ਨਹੀਂ ਇੱਥੇ ਚੱਲਣੀ ਹੈ। ਇੱਥੇ ਗੁਰੂ ਕੇ ਲੰਗਰ ਦੀ, ਗੁਰੂ ਦੀ ਮਰਜ਼ਾਦਾ ਹੈ। ਇਹ ਗੁਰੂ ਦਾ ਦਰਬਾਰ ਹੈ, ਇਸ ਕਰਕੇ ਗੁਰੂ ਦੀ ਮਰਜ਼ਾਦਾ। ਅੱਗੇ ਪਿੱਛੇ ਜਿਵੇਂ ਅਸੀਂ ਮਰਜ਼ੀ ਕਰੀ ਜਾਈਏ,
ਚਾਹੀਦਾ ਤਾਂ ਗੁਰੂ ਕੇ ਸਿੱਖਾਂ ਨੂੰ ਇਹ ਵੀ ਜਿਹੜੀ ਗੁਰੂ ਮਹਾਰਾਜ ਦੇ ਲੰਗਰ ਵਿੱਚ ਗੁਰੂ ਕੇ ਦਰਬਾਰ ਵਿੱਚ ਮਰਜ਼ਾਦਾ ਚੱਲਦੀ ਉਹ ਘਰੇ ਵੀ ਅਸੀਂ ਵੱਧ ਤੋਂ ਵੱਧ ਰੱਖੀ ਉਹੀ ਪਿੱਤਰਤਾ ਕਰ ਗਏ। ਹੁਣ ਤਾਂ ਕੜਾ ਪ੍ਰਸ਼ਾਦੀ ਦੇਖ ਲੇਖ ਲੋ ਇਹ ਵੀ ਬਸ ਕਹਿੰਦੇ ਭਾਂਡੇ ਹੋਰ ਕੋਈ ਮਾਂਜਦੇ ਹੋਰ ਹੀ ਕੋਈ ਬਣਾ ਛੱਡੇ। ਮਾੜੀ ਮੋਟੀ ਚਾਹ ਸੂਜੀ ਬਣਾਉਣੀ ਇਹਦੇ ਵਾਸਤੇ ਵੀ ਬੜਾ ਬਹੁਤ ਔਖਾ ਹੋਇਆ ਪਿਆ ਕੰਮ। ਜਾਣੀ ਦੇਖ ਦੂਖ ਕੇ ਬਸ ਹੁਣ ਤਾਂ ਮਨ ਵਿੱਚ ਆਈ ਖਿਆਲ ਆਉਂਦਾ ਵੀ ਇਹ ਹੌਲੀ ਹੌਲੀ ਜੇ ਕੋਈ ਹੋਰ ਹੀ ਬੰਦੋਬਸਤ ਜਿਹਾ ਹੋ ਜਾਏ ਨਾ ਤੇ ਫਿਰ ਠੀਕ ਹੈ। ਇਹ ਪਾਠ ਪੂਜਾ ਤੋਂ ਬਿਨਾਂ ਹੀ ਇਹ ਸਰ ਸੁਲਝਾਏ ਤਾਂ ਚੰਗਾ ਹੈ ਵੀ ਬਾਪ ਦਾ ਥੋੜਾ ਬਹੁਤਾ ਜਿਹੜਾ ਵਾਹਿਗੁਰੂ ਵਾਹਿਗੁਰੂ ਕਰ ਲਓ ਜਾਂ ਕਹਿ ਕੇ ਕਰਾ ਲਓ, ਨਹੀਂ ਤਾਂ ਵੇਖ ਲਓ ਬਾਕੀ ਬਸ ਸਭ ਪਾਸੇ ਬੇਅਦਬੀ ਹੋਈ ਜਾਂਦੀ ਹੈ। ਕਿੰਨਾ ਮਰਜ਼ੀ ਕਹੀ ਜਾਓ ਵੀ ਗੁਰੂ ਮਹਾਰਾਜ ਤਾਬਿਆ ਨਹਾ ਕੇ ਜਾਣਾ ਹੈ, ਤੇ ਫਿਰ ਵੀ ਉਹ ਵਿੱਚੋਂ ਸਾਡਾ ਲਾਣਾ ਚਲੋ ਸਿਆਣੇ ਤਾਂ ਥੋੜਾ ਜਿਹਾ ਸਮਝਦੇ ਆ ਵਿੱਚ ਜਿਹੜੀ ਇਹ ਕਾਮਯਾਰੀ ਬੜੀ ਪਈ ਹੈ ਨਾ ਇਹਦੀ ਸੋਧ ਸੁਧਾਈ ਤਾਂ ਹੋਣੀ ਚਾਹੀਦੀ ਹੈ ਨਾ। ਜੇ ਸਿਆਣੇ ਪਾਠੀ ਆਪ ਹੀ ਕਰ ਕਰਾ ਕੇ ਇੱਕ ਦੂਸਰੇ ਦੀ ਨਜ਼ਰ ਕਰਨ ਨਹੀਂ ਕਰ ਲੈਣ ਤੇ ਇਹ ਸੁਧਰ ਵੀ ਸਕਦਾ ਹੈ। ਇੱਧਰ ਪੱਟੀ ਦੇ ਇਲਾਕੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਤੋਂ ਪੜ੍ਹਿਆ ਹੋਇਆ ਉਹ ਗਿਆਨੀ ਭਗਵਾਨ ਸਿੰਘ ਸੀ, ਬੜੇ ਤਕੜੇ ਸੀ ਉਧਰ ਹੋਏ। ਉਹਨਾਂ ਨੇ 25 ਪਿੰਡਾਂ ਦੇ ਗ੍ਰੰਥੀ ਸਿੰਘਾਂ ਨੂੰ ਇਕੱਠੇ ਕਰਕੇ ਜਿਵੇਂ ਦੂਜਿਆਂ ਨੇ ਯੂਨੀਅਨ ਬਣਾਈ ਹੈ ਨਾ ਇਸ ਤਰ੍ਹਾਂ ਉਹਨਾਂ ਨੇ ਇੱਕ ਯੂਨੀਅਨ ਗ੍ਰੰਥੀਆਂ ਦੀ ਬਣਾਈ ਹੋਈ ਸੀ। ਤੇ ਉਹਨਾਂ ਵਿੱਚੋਂ ਜਿਹੜੇ ਸਿਆਣੇ ਪੜ੍ਹੇ ਲਿਖੇ ਸੀ ਨਾ ਉਹਨਾਂ ਨੂੰ ਇਕੱਠਿਆਂ ਕਰਕੇ ਤੇ ਫਿਰ ਉਹ ਮਰਜ਼ਾਦਾ ਕਾਇਮ ਕਰ ਦਿੱਤੀ ਸੀ ਵੀ ਆਪਾਂ ਇਸ ਮਰਜ਼ਾਦਾ ਵਿੱਚ ਸਾਰੇ ਪਾਠ ਪੂਜਾ ਕਰਨੀ ਹੈ, ਆਨੰਦ ਕਾਰਜ ਦੀ ਰਸਮ ਇਉਂ ਕਰਨੀ ਹੈ। ਜਿਹੜਾ ਕਿਸੇ ਦੇ ਘਰੇ ਕੋਈ ਚੜ੍ਹਾਈ ਕਰ ਗਿਆ ਉਸ ਜਿਹੜੀ ਮ੍ਰਿਤਕ ਸੰਸਕਾਰ ਦੀ ਮਰਜ਼ਾਦਾ ਇਉਂ ਕਰਨੀ ਹੈ। ਤੇ ਫਿਰ ਨਾਲ ਇਹ ਕਾਨੂੰਨ ਸੀ ਵੀ ਸਾਡੇ ਵਿੱਚੋਂ ਜਿਹੜਾ ਕੋਈ ਇਹ ਤੋਂ ਇੱਧਰ ਉੱਧਰ ਹੋ ਕੇ ਨਾ ਲੋਭ ਵਸ ਹੋ ਕੇ ਕੋਈ ਪੁੱਠਾ ਸਿੱਧਾ ਮਰਜ਼ਾਦਾ ਤੋਂ ਉਲਟ ਹੋ ਕੇ ਕਰੇਗਾ ਉਹਨੂੰ ਫੜ ਕੇ ਦੂਜਿਆਂ ਨੇ ਚਾਟਾ ਛਕਾਉਣਾ, ਉਹਨੂੰ ਫੜ ਕੇ ਕੁੱਟਣਾ ਹੈ ਗ੍ਰੰਥੀ ਨੂੰ ਵੀ ਤੂੰ ਅੱਗੇ ਵਾਸਤੇ ਕਰੇਗਾ। ਜਦੋਂ ਕਰਤਾ ਹੈ ਜਿਹੜਾ ਕੋਈ ਕਰਦਾ ਵਿੱਚ ਜਿਵੇਂ ਕਾਂਗਰੀ ਹੁੰਦੀ ਹੈ ਨਾ ਇੱਧਰ ਉੱਧਰ ਕਰ ਲੈਂਦਾ ਬਸ ਫਿਰ ਦੂਜੇ ਫੜ ਕੇ ਨਾ ਉਹਨੂੰ ਚੰਗੀ ਤਰ੍ਹਾਂ ਸੌਦਾ ਲਾਵੇ। ਤੇ ਜਿਹੜਾ ਬੇਮਰਜ਼ਾਦਾ ਕਰਨ ਵਾਸਤੇ ਕੋਈ ਘਰ ਵਾਲਾ ਕਹਿੰਦਾ ਵੀ ਤੁਸੀਂ ਇਉਂ ਕਰੋ ਜੀ ਤੇ ਮੈਂ ਤਾਂ ਜਪਜੀ ਸਾਹਿਬ ਦਾ ਅਖੰਡ ਪਾਠ ਨਹੀਂ ਨਾਲ ਕਰਾਉਣਾ ਹੈ, ਮੈਂ ਨਹੀਂ ਜਪਜੀ ਸਾਹਿਬ ਰਖਾਉਣਾ, ਮੈਂ ਤਾਂ ਇਕੱਲਾ ਕਰਾਉਣਾ ਹੈ। ਉਹ ਕਹਿੰਦੇ ਵੀ ਸਾਡਾ ਤਾਂ ਇਹ ਮਰਜ਼ਾਦਾ ਸਾਰੀ ਗੁਰੂ ਮਹਾਰਾਜ ਦੇ ਸਮੇਂ ਜਿਵੇਂ ਹੋਈ ਸੀ ਉਸ ਅਨੁਸਾਰ ਸੀ ਕਰਦੇ, ਅਸੀਂ ਨਹੀਂ ਕਰਨਾ ਹੈ। 25 ਪਿੰਡਾਂ ਵਿੱਚੋਂ ਗੇੜਾ ਕੱਢ ਕੇ ਮੁੜ ਆਉਂਦਾ, ਕੋਈ ਨਾ ਮੰਨਦਾ, ਕਹਿੰਦੇ ਅਸੀਂ ਨਹੀਂ ਕਰਨਾ। ਤੇ ਜੇ ਕੋਈ ਵਿੱਚੋਂ ਮਾੜਾ ਮੋਟਾ ਅੰਤਰ ਖਾਤੇ ਕਰ ਕਰਾ ਲੈਂਦਾ ਉਹਨਾਂ ਨੂੰ ਲੱਗ ਜਾਂਦਾ ਪਤਾ, ਫਿਰ ਇਕੱਠੇ ਹੋ ਕੇ ਨਾ ਐਨ ਚੰਗੀ ਤਰ੍ਹਾਂ ਬੰਦਾ ਬਣਾ ਲਿਆ। ਦਾਦੇ ਪੜਦਾਦਿਆਂ ਪੁੱਤ ਪੋਤਿਆਂ ਦੱਸਦਾ ਜਾਂਦਾ ਸੀ ਵੀ ਇਹ ਨਹੀਂ ਆਪਾਂ ਕਰਨਾ ਹੈ। ਤੈਨੂੰ ਇਹ ਸਾਰਾ ਮਾਤਰਾ ਨੇ ਦੇਖਿਆ ਵੀ ਉਹ ਜਿੰਨਾ ਚਿਰ ਰਹੇ ਨਾ ਸ਼ਹੀਦ ਕਰਕੇ ਇੱਥੇ ਪਿੰਡਾਂ ਵੀ ਜਥੇਦਾਰ ਰਹੇ। ਫਿਰ ਬੁੰਗੇ ਅੰਮ੍ਰਿਤਸਰ ਸੰਤ ਬਾਬਾ ਸੁੰਦਰ ਸਿੰਘ ਜੀ ਦਾ ਸਥਾਨ ਉੱਥੇ ਵਿਦਿਆਰਥੀ ਪੜ੍ਹਦੇ, ਉੱਥੇ ਵੀ ਕੁਝ ਸਮਾਂ ਪੜ੍ਹਾਉਂਦੇ ਰਹੇ ਤੇ ਉਹ ਨਹੀਂ ਲਿਹਾਜ਼ ਲਹੂਜ ਕਰਦੇ ਸੀ। ਤੇ ਇਸ ਤਰ੍ਹਾਂ ਹੀ ਯਾਦ ਦੇਖਿਆ ਲਦਾਈ ਕੇ ਸੰਤ ਬਾਬਾ ਨਰੈਣ ਸਿੰਘ ਜੀ ਮਹਾਂਪੁਰਖ ਜੋ ਸੰਤ ਸੁੰਦਰ ਸਿੰਘ ਜੀ ਤੋਂ ਪੜ੍ਹੇ ਸੀ ਉਹਨਾਂ ਦਾ ਦੇਖਿਆ ਲਾ ਇਹ ਸਾਰੇ ਪਿੰਡ ਦੇ ਨੌਜਵਾਨ ਜਿੰਨੇ ਸੀ ਨਾ ਉਹਨਾਂ ਨੇ ਇੱਕ ਵਾਰੀ ਬੁਲਾ ਕੇ ਉਹਨਾਂ ਨੂੰ ਸਾਰਿਆਂ ਨੂੰ ਸਮਝਾਇਆ ਹੋਇਆ ਸੀ ਵੀ ਜਦੋਂ ਵੀ ਕਿਸੇ ਦੇ ਘਰੇ ਅਖੰਡ ਪਾਠ ਹੋਵੇ ਤੇ ਤੁਸੀਂ ਕਿਸੇ ਪਾਠੀ ਨੂੰ ਵੀ ਇਸ਼ਨਾਨ ਕੀਤੇ ਬਗੈਰ ਗੁਰੂ ਮਹਾਰਾਜ ਦੀ ਤਾਬਿਆ ਨਹੀਂ ਜਾਣ ਦੇਣਾ, ਇਹ ਤੁਹਾਡੀ ਡਿਊਟੀ ਹੈ।
ਤੇ ਕੋਈ ਪੈਂਟ ਪਾ ਕੇ ਨਾ ਜਾਵੇ, ਸੁੱਥੂ ਪਾ ਕੇ ਨਾ ਜਾਵੇ, ਇਹ ਨਹੀਂ ਬਹਿਣ ਦੇਣਾ ਤੁਸੀਂ। ਜੇ ਕਿਉਂ ਕੋਈ ਬਹਿ ਗਿਆ ਫਿਰ ਅਸੀਂ ਤੁਹਾਨੂੰ ਪੁੱਛਾਂਗੇ ਨੌਜਵਾਨਾਂ ਨੂੰ ਕਿਵੇਂ ਬਹਿ ਗਿਆ। ਭਾਵੇਂ ਰਾਤ ਦੇ 12 ਵਜੇ ਹੋਣ, ਭਾਵੇਂ 10 ਵਜੇ ਹੋਵੇ, ਨਹਾਤੇ ਬਿਨਾਂ ਤੁਸੀਂ ਪਾਠੀ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਨਹੀਂ ਬਹਿਣ ਦੇਣਾ ਹੈ। 72 ਉੱਤੇ 5 ਸਾਲ ਵਿਦਿਆ ਪੜ੍ਹਦਾ ਰਿਹਾ ਤੇ ਇਹ ਮੈਂ ਨੌਜਵਾਨਾਂ ਦਾ ਪੱਕਾ ਦੇਖਿਆ ਵੀ ਉਹ ਸਾਰਾ ਦਿਨ ਤੇ ਸਾਰੀ ਰਾਤ ਐਨ ਪੂਰਾ ਪਹਿਰਾ ਦਿੰਦੇ, ਨਜ਼ਰਸਾਨੀ ਕਰਦੇ। ਕਹਿੰਦੇ ਗਰਮ ਲੈਣਾ ਗਰਮ ਲੈ, ਕੋਸਾ ਲੈਣਾ ਕੋਸਾ ਲੈ, ਠੰਡਾ ਲੈਣਾ ਠੰਡਾ ਲੈ, ਨਹਾਉਣਾ ਤੈਨੂੰ ਪਊਗਾ। ਇੱਕ ਇੱਧਰ ਬੰਗਾਲੀ ਸੀ, ਉਹਦਾ ਨਾਂ ਖੇਮ ਸਿੰਘ ਸੀ। ਉਹ ਕਿਤੇ ਪਾਠੀਆਂ ਵਿੱਚ ਲੱਗ ਗਿਆ। ਜਿਵੇਂ ਸੁਭਾਅ ਹੁੰਦਾ, ਕਹਿੰਦੇ 12 ਵਜੇ ਨਹਾਉਣ ਦੀ ਕੀ ਲੋੜ ਹੈ। ਉਹ ਮੂੰਹ ਜਾ ਧੋ ਕੇ ਚੱਲਿਆ। ਨੌਜਵਾਨ ਕਹਿੰਦੇ ਵੀ ਬਾਬਾ ਜੀ ਇਸ਼ਨਾਨ ਕਰ ਲਓ। ਕਹਿੰਦੇ ਵੀ 12 ਵਜੇ ਹੈ, ਹੁਣ ਕੋਈ ਨਹਾਉਣ ਦਾ ਟਾਈਮ ਹੈ। ਉਹ ਕਹਿੰਦਾ ਠੀਕ ਹੈ, ਨਹਾਉਣ ਦਾ ਟਾਈਮ ਤਾਂ ਹੈ ਨਹੀਂ, ਤੁਸੀਂ ਰੋਡ ਤੇ ਚੱਲੇ ਹੋ, ਮਹਾਰਾਜ ਤਾਬਿਆ ਬਹਿਣਾ ਹੈ, ਇਸ ਕਰਕੇ ਨਹਾ ਲਓ। ਕਹਿੰਦੇ ਇਹ ਕਿਹੜੀ ਮਰਜ਼ਾਦਾ? ਉਹ ਕਹਿੰਦੇ ਵੀ ਅਸੀਂ ਮਰਜ਼ਾਦਾ ਮਰਜ਼ੂਦਾ ਤਾਂ ਜਾਣਦੇ ਨਹੀਂ, ਸਾਨੂੰ ਤਾਂ ਮਹਾਂਪੁਰਸ਼ਾਂ ਨੇ ਇਹ ਪੱਕਾ ਕੀਤਾ ਵੀ ਇਹ ਤੁਹਾਡੀ ਡਿਊਟੀ ਹੈ ਵੀ ਨਹਾਤੇ ਬਗੈਰ ਮਹਾਰਾਜ ਦੇ ਨੇੜੇ ਨਹੀਂ ਹੋਣ ਦੇਣਾ ਕਿਸੇ ਨੂੰ, ਤੇ ਅਸੀਂ ਨਹੀਂ ਤੁਹਾਨੂੰ ਬਹਿਣ ਦੇਣਾ ਹੈ। ਤੇ ਬਾਕੀ ਜਿਹੜੀ ਗੱਲਬਾਤ ਹੈ ਤੁਸੀਂ ਮਹਾਂਪੁਰਸ਼ਾਂ ਕੋਲ ਗੁਰਦੁਆਰੇ ਜਾ ਕੇ ਕਰ ਲਿਓ ਵੀ 12 ਵਜੇ ਨਹਾਉਣਾ ਚਾਹੀਦਾ ਕਿ ਨਹੀਂ ਨਹਾਉਣਾ ਚਾਹੀਦਾ ਹੈ। ਇਹ ਉਹਨਾਂ ਨਾਲ ਕਰਿਓ, ਸਾਡੀ ਜਿਹੜੀ ਡਿਊਟੀ ਹੈ ਉਹ ਅਸੀਂ ਕਰਨੀ, ਅਸੀਂ ਨਹੀਂ ਤੁਹਾਨੂੰ ਬਹਿਣ ਦੇਣਾ ਹੈ। 72 ਜਦੋਂ ਇਹ ਜੱਥੇ ਵਿੱਚ ਉਹਨਾਂ ਕੋਲ ਗਿਆ ਸੀ, ਉਹ ਕਹਿੰਦੇ ਵੀ ਨਹਾ ਕੇ ਬਹਿ। ਮੈਂ ਕਿਹਾ ਵੀ ਮੈਂ ਤਾਂ ਗੁਰਦੁਆਰੇ ਸਾਹਿਬ ਇਸ਼ਨਾਨ ਕਰਕੇ ਨਿਤਨੇਮ ਕਰਕੇ ਫੇਰ ਆਇਆ, ਤੁਹਾਡੀ ਮਰਜ਼ੀ ਹੈ। ਫੇਰ ਵੀ ਜਾਣੀ ਉਹ ਵੀ ਚਲੋ ਹੁਣ ਜੱਥੇ ਚੋਂ ਆਇਆ ਤੇ ਬਾਕੀ ਆਇਆ ਗੁਰਦੁਆਰੇ ਸਾਹਿਬ ਤੋਂ ਨਿਤਨੇਮ ਕਰਦਾ ਵੀ ਇਹ ਤਾਂ ਨਹਾ ਕੇ ਉੱਥੇ ਨਿਤਨੇਮ ਨੇ ਕੀਤਾ ਸੀ। ਜਾਣੀ ਉਹ ਬਹਿਣ ਤਾਂ ਦਿੰਦੇ ਮਹੱਤ ਨੂੰ, ਪਰ ਫੇਰ ਵੀ ਉਹ ਜਾਣੀ ਇੱਧਰ ਉੱਧਰ ਪੁੱਛ ਪੜਤਾਲ ਕਰਦੇ ਵੀ ਇਹ ਦੇਖਣਾ ਹੈ ਵੀ ਭਾਈ ਜੀ ਨਹਾ ਕੇ ਉੱਥੇ ਬਹਿੰਦਾ ਹੈ। ਐਨ ਪੂਰੀ ਤਸੱਲੀ ਕਰਕੇ ਫੇਰ ਉਹ ਮਾੜਾ ਮੋਟਾ ਜਾਣੀ ਕਰਦੇ ਨਹੀਂ। ਬਿਲਕੁਲ ਉਹਨਾਂ ਦਾ ਐਸਾ ਸੀ ਵੀ ਜਿਹੜੀ ਗੁਰੂ ਮਹਾਰਾਜ ਦੀ ਮਰਜ਼ਾਦਾ ਹੈ ਲੰਗਰ ਦੀ ਹੈ, ਉਹਦੇ ਵਿੱਚੋਂ ਭੋਰਾ ਨਹੀਂ ਫਰਕ ਪਾਉਂਦੇ ਸਨ। ਇੱਥੇ ਵੀ ਐਸਾ ਬਹੁਤ ਕੁਛ ਬਾਤਰ ਨਹੀਂ ਦੇਖਿਆ ਹੈ। ਬਹੁਤ ਵਧੀਆ ਮਰਜ਼ਾਦਾ ਨਾਲ ਹੀ ਸਾਰਾ ਕੁਛ ਹੁੰਦਾ ਸੀ। ਥੋੜਾ ਜਿਹਾ ਮੇਰੇ ਤੋਂ ਪਹਿਲਾਂ ਉਹਨਾਂ ਦਾ ਸੁਭਾਅ ਕੁਛ ਥੋੜਾ ਜਿਹਾ ਨਰਮ ਜਿਹਾ ਸੀ, ਉਹਦੇ ਕਰਕੇ ਕੁਛ ਐਸਾ ਵੈਸਾ ਜਿੱਥੇ ਚੰਗਾ ਹੋਇਆ ਵਿੱਚ ਆ ਜਿਹੜਾ ਮਰਜ਼ਾਦਾ ਉਹਦੇ ਵਿੱਚ ਬਹੁਤ ਫਰਕ ਆ ਗਿਆ ਸੀ। ਹੁਣ ਕੋਸ਼ਿਸ਼ ਤਾਂ ਹੈ ਵੀ ਉਹ ਉਸੇ ਤਰ੍ਹਾਂ ਜਿਹੜੇ ਇਸ਼ਨਾਨ ਕਰਕੇ ਸਾਰੇ ਬੈਠਣ ਉੱਠਣ, ਹੁਣ ਦੀਂਦਾ ਹੈ ਵੀ ਥੋੜਾ ਜਿਹਾ ਵੀ ਲਦਾਈ ਕਿਆ ਕਰਨਾ ਪਊ। ਇੱਥੇ ਵੀ ਆਪਾਂ ਨੂੰ ਨੌਜਵਾਨ ਕਾਇਮ ਕਰਨੇ ਪੈਣਗੇ ਥੋੜੇ ਜਿਹੇ, ਰਾਤ ਨੂੰ ਵੀ ਦਿਨੇ ਉਹ ਫਿਰ ਥੋੜਾ ਜਿਹਾ ਸਖਤ ਪਹਿਰਾ ਕਰਨਾ, ਫੇਰ ਤਾਂ ਹੋ ਜੂ ਮਰਜ਼ਾਦਾ ਠੀਕ, ਨਹੀਂ ਤਾਂ ਫਿਰ ਜਿੱਥੇ ਪੁੰਨ ਹੁੰਦਾ ਉੱਥੇ ਨਾਲ ਭਾਵ ਵੀ ਹੋਈ ਜਾਣਾ ਹੈ, ਬੇਦਬੀ ਜਦੋਂ ਹੋ ਗਈ। ਹੁਣ ਅਸੀਂ ਦੇਖ ਲਓ ਗੁਰੂ ਕੇ ਦਰਬਾਰ ਵਿੱਚ ਇੱਕ ਮੱਥੇ ਟੇਕਣ ਉਹਨਾਂ ਨਹਾ ਧੋ ਕੇ ਆਉਣੇ, ਜਿਹੜਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਮੂੰਹ ਧੋ ਕੇ ਬਹਿ ਜਾਏ ਉਹਦਾ ਕੀ ਹਾਲ, ਤੇ ਉਹ ਹੈ ਕਿਹੇ ਜਿਹਾ ਗੁਰੂ ਕਾ ਵਜ਼ੀਰ ਭਲਾ, ਤੇ ਕਿੰਨਾ ਕੁ ਸਿਆਣਾ ਹੈ ਕਿ ਜਿਹੜਾ ਐਂ ਕਹੋ ਕੇ ਬਹਿ ਜਾਂਦਾ ਹੈ। ਸੋ ਇਹੋ ਜਿਹੇ ਤੇ ਕਰਾਉਣਾ ਵੀ ਕੀ, ਉਹਦਾ ਪਾਠ ਕਰਿਆ ਸਾਨੂੰ ਦੇਊ ਵੀ ਕਿ ਸਵਾਰੂ ਵੀ ਕਿ ਉਸ ਆਪ ਤਾਂ ਗੁਨਾਹੀ ਉਹ ਬਣਦਾ ਹੀ ਬਣਦਾ ਹੈ, ਤੇ ਗੁਨਾਹਗਾਰ ਤਾਂ ਸਾਨੂੰ ਵੀ ਉਹ ਬਣਾਊ ਜਿਹੜਾ ਕੋਈ ਅਸੀਂ ਕਰ ਕਰਾ ਰਹੇ। ਇਦੋਂ ਤਾਂ ਉਹੀ ਚੰਗਾ ਹੈ ਬਿਨਾਂ ਹੀ ਕਰੇ ਕਰਾਵੇ। ਸੋ ਇਸ ਕਰਕੇ ਥੋੜਾ ਜਿਹਾ ਆਪਾਂ ਹੁਣ ਇਹਦੇ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਬੇਨਤੀਆਂ ਤਾਂ ਕੀਤੀਆਂ ਸੀ ਪਹਿਲਾਂ, ਹੈਡ ਗ੍ਰੰਥੀ ਨੂੰ ਵੀ ਕਿਹਾ ਸੀ ਵੀ ਇਹਨਾਂ ਨੂੰ ਕਹੋ ਭਾਈ ਇਸ਼ਨਾਨ ਕਰਕੇ ਬੈਠਣ,
ਲੇਕਿਨ ਹੁਣ ਵਿੱਚ ਕਾਂਗਿਆਰੀ ਜੀ ਰੋਜ਼ ਮੈਨੂੰ ਕੋਈ ਨਾ ਕੋਈ ਆ ਜਾਂਦੀ ਹੈ ਨਾਲ, ਅੱਜ ਉਹ ਫਲਾਨਾ ਨਹੀਂ ਨਹਾ ਕੇ ਬੈਠਾ ਮੂੰਹ ਸ। ਮੈਂ ਕਿਹਾ ਵੀ ਹੁਣ ਤਾਂ ਇਹ ਕਹਿਣਾ ਪਊਗਾ ਇਹਨਾਂ ਨੂੰ, ਪਹਿਰੇਦਾਰਾਂ ਨੂੰ, ਜਿਵੇਂ ਉਹ ਲਦਾਈਕਿਆਂ ਵਾਲਿਆਂ ਨੇ ਕਿਹਾ ਸੀ ਵੀ ਨਹੀਂ ਬਹਿਣ ਦੇਣਾ ਹੈ, ਵੀ ਤੁਸੀਂ ਰੋਕ ਦੇਣਾ, ਮਾਤਰ ਕੋੜੋਂ ਨੂੰ ਲੈ ਆਉਣਾ ਹੈ। ਫਿਰ ਆਪਾਂ ਉਹਨਾਂ ਨੂੰ ਸਮਝ ਲਾਂਗੇ ਵੀ ਗੱਲ ਕੀ ਹੈ, ਕਿਉਂ ਨਹੀਂ ਨਹਾਉਂਦਾ, ਕਾਰਨ ਕੀ ਹੈ। ਸੋ ਇਸ ਕਰਕੇ ਜਿਹੜੀ ਮਰਜ਼ਾਦਾ ਹੋਤਾ ਤਾਂ ਮਰਜ਼ਾਦਾ ਹੀ ਹੈ, ठीक है, गुरु के वजीर है, पर जे गुरु का वजीर हो के गुरु की मर्यादा न रखे फिर तो वजीर तो नहीं, फिर तो गुरु का मसंद असी जरूर कह देंगे। वो मसंदा नाल जो हाल होया सी वो भी जान गद्दी दे ढाबिया रहन वाले सी। देख लो जदों मर्यादा छड्ड के ते गुरु ने उन्हां नाल की कीती वो सारे असी जानते हैं। तेल दे कड़ाहे विच पा के तले, यानी मर्यादा तो जदों उल्ट कोई करदा उत्थे गुरु भी लिहाज नहीं करता है, भावें उन्हां दा अपना है। वो सानू सिखाया भी जदों कोई मर्यादा दा उल्लंघन करदा उत्थे नहीं, उत्थे लिहाज करना। जिथे कोई लिहाज करदा है बस उत्थे फिर कुछ नहीं रहिंदा है। तो ठीक है, असीं हुण कहने भी ये मर्यादा रखनी चाहिए, लेकिन घरां विच भी देखा जाता है। वो कहते जी की करिए जी, आ नहीं हुंदा, आ नहीं हुंदा, नाराज हो जाता, फलाना ऐ हो जाता है। उदों ना करो कराओ जे, ना वो नाराज होण, ना गुरु नाराज होण, ना तुहानूं कोई दुख तकलीफ होए। इस करके जिहड़ी मर्यादा है उहदे विच ही रह के सतगुरु दीयां खुशियां लै सकियां हन। चलो प्रसंग आ गया सी जिस करके थोड़ा बहुता कहा कहाया गया है। हुण कहण वाला तां गुरु के लंगर विच ही सी। वो अज बेनती भी करांगे सारे ग्रंथी साहिबानां नूं प्रेम प्यार नाल। उदों बाद हुण पहरेदारां नूं थोड़ी जी खुली छुट्टी भी देवांगे। जिहड़ा भी ऐसा करदा है ना, नहीं नहाउंदा है, नहीं इशनान करके बहिंदा है, भी वो पहला तो उन्हें तुसीं समझा दो, जे नहीं समझदा फिर मातर कोलों लियाओ, आपां समझा लांगे चंगी तरह। जिवें समझदा उवें ही समझावांगे, पहला प्रेम नाल ते फिर दूजे तरह नाल। फिर नहीं लगना ना लगे, सानू कोई नहीं ऐसा भी असी पाप कराउणा, असी तो पाठ कराउणा है, पाप नहीं कराउणा है। ना इत्थे होण दिता ते ना होण देना है। हाँ बाकी सारियां दा सत्कार है, जिहड़े गुरु के बाणी प्रेम प्यार नाल पढ़दे, ये नहीं भी ये सारे माड़े ने, विच सियाणे भी पाठी बहुत हैगे है, विच इन्हां दे विच आया भी ऐसा है। उन्होंने बस की गल नहीं है, क्योंकि उन्होंने किसी ने कहा सुनिया ही नहीं। वो इस तरह वो गुरुद्वारा में करी कराई जाते। हुण जिहड़े प्रधान साहब घरे हुंदे है, मैंबर घरे हुंदे है, ग्रंथी बेचारा कल्ला हुंदा है, उत्थे फिर कोई नावे ना नावे उहनूं की है। जदों किसी ने वेखना नहीं हो फिर उवें ही पुट्ठा सीधा गिज जाता है। गिजे आके जाया फिर इत्थे साडे कोल आके वो सानू तंग करदा, दूजियां नूं भी वो फिर इहो जिहा करदा, बिगाड़दा है। कहंदा मैं उत्थे तां नहाउंदा नहीं सी गुरुद्वारे, तड़के उठ के नहीं, मैं तां ऐं मूँह धो के महाराज प्रकाश कर दिंदा, ऐं नितनेम करदा, इतने तत्तावाणी करके नहाउंदा हुंदा सी। एक सिंह इत्थे जोड़ मेले फतेहगढ़ साहब की गल दस रहा सी, देगिए दी, जिहदी ड्यूटी देग दी लगी हुई। कहंदे तड़के 2 बजे मूँह च उहदे दातन पाई हुई ते चास धरी हुई कड़ाह प्रसाद दी देग दी, कोले बैठा दातन करी जाए ते कुरली कुरली जी करके कहंदे मेरे सामने, कहंदे फिर उन्हें देग बनानी शुरू कर दी। देव बना के कड़ाह प्रसाद ही रख के उदों बाद फिर कहंदे वो नाता। हुण तुसीं देख लो भी कित्थे तां इशनान करके करना सी, कित्थे वो दातन कुरला करदा चास रखी बैठा है।
ਫਿਰ ਉਹ ਬਿਨਾਂ ਨਹਾਤੇ ਤੋਂ ਦੇਗ ਬਣਾਉਂਦਾ, ਦੇਗ ਬਣਾ ਕੇ ਰੱਖ ਕੇ ਤੇ ਫੇਰ ਨਹਾਉਂਦਾ ਹੈ। ਜਿਹੜਾ ਇਹੋ ਜਿਹਾ ਕੋਈ ਗਲਤ ਮਲਤ ਗਿੱਝ ਗਿਆ ਤੇ ਉਹਨੂੰ ਜੇ ਕੋਈ ਸਮਝਾਊਗਾ ਮੈਂ ਤਾਂ ਫਤਿਹਗੜ੍ਹ ਸਾਹਿਬ ਜੋੜ ਮੇਲੇ ਦੀ ਕੜਾਹ ਪ੍ਰਸ਼ਾਦੀ ਦੇ ਕੇ ਕਿਉਂ ਕਰਦਾ ਰਿਹਾ, ਤੁਸੀਂ ਕੌਣ ਹੋ ਮੈਨੂੰ ਹਟਾਉਣ ਵਾਲੇ। ਇਸ ਕਰਕੇ ਜਾਣੀ ਜਦੋਂ ਮਰਜ਼ਾਦਾ ਵਿਗੜਦੀ ਹੈ ਕਿਸੇ ਵੱਡੇ ਅਸਥਾਨ ਤੋਂ, ਪੂਜਨੀਕ ਸਤਿਕਾਰ ਤੋਂ, ਜਦੋਂ ਅਸੀਂ ਦੇਖ ਰੇਖ ਨਹੀਂ ਨਾ ਕਰਦੇ ਵੀ ਚਲੋ ਜਿਵੇਂ ਕਰਦਾ ਹੈ ਡਿਊਟੀ ਨਿਭਾ ਰਿਹਾ ਹੈ। ਇੱਥੇ ਗ੍ਰੰਥੀ ਸਿੰਘ ਦੀ ਐਸੀ ਆ ਗਈ, ਉਹ ਕਿਤੇ ਮਗਰੋਂ ਪੀ ਪੂ ਗਿਆ ਤੇ ਉਹਨਾਂ ਨੇ ਪ੍ਰਬੰਧਕਾਂ ਨੇ ਬਾਹਰ ਕੱਢਤਾ। ਉਹਨੇ ਅੱਗੇ ਕਾਨੂੰਨੀ ਕਾਰਵਾਈ ਕਰ ਲਈ ਤੇ ਕਾਨੂੰਨੀ ਕਾਰਵਾਈ ਆਣਾ ਤਾਂ ਉਹੀ ਕਾਨੂੰਨ ਕਰਨਾ ਨਾ। ਉਹ ਕਹਿੰਦੇ ਵੀ ਹਾਂ ਜਿਸ ਵੇਲੇ ਡਿਊਟੀ ਹੁੰਦੀ ਹੈ ਉਦੋਂ ਵੀ ਐਸਾ ਕੋਈ ਠੀਕ ਹੈ ਤੁਹਾਡਾ ਵਿਧਾਨ, ਤੁਹਾਡੀ ਮਰਜ਼ਾਦਾ ਇਹਦੇ ਤੇ ਲਾਗੂ ਹੈ। ਜਦੋਂ ਡਿਊਟੀ ਤੋਂ ਪਾਸੇ ਆ ਫਿਰ ਨਹੀਂ ਤੁਹਾਡੀ ਇਹਦੇ ਤੇ ਮਰਜ਼ਾਦਾ ਲਾਗੂ। ਯਾਨੀ ਇਹਨੂੰ ਛੋਟ ਦੇਤੀ ਵੀ ਤੂੰ ਮਗਰੋਂ ਪੀ ਪੂ ਸਕਦਾ ਹੈ ਜਦੋਂ ਡਿਊਟੀ ਤੇ ਨਹੀਂ ਹੈਗਾ। ਬਾਕੀ ਹੁਣ ਇਹ ਅਕਾਲ ਤਖਤ ਦੀ ਮਰਜ਼ਾਦਾ ਵੱਖਰੀ, ਹਾਈ ਕੋਰਟ ਦੀ ਮਰਜ਼ਾਦਾ ਵੱਖਰੀ। ਇੱਥੇ ਤਾਂ ਕਹਿੰਦੇ ਵੀ ਨਹੀਂ ਐਸਾ ਹੋਣਾ, ਉਹ ਕਹਿੰਦੇ ਨਹੀਂ ਡਿਊਟੀ ਤੋਂ ਆਸੇ ਪਾਸੇ ਹੈ ਫਿਰ ਨਹੀਂ ਉਹਦੇ ਤੇ ਤੁਹਾਡਾ ਕਾਨੂੰਨ ਲਾਗੂ। ਕਿਉਂ ਨਹੀਂ ਪੀਣਗੇ ਫਿਰ ਉਹ? ਕਹਿੰਦੇ ਮੈਂ ਕਿਹੜਾ ਡਿਊਟੀ ਤੇ ਹੈ, ਮੈਂ ਕਿਹੜਾ ਗ੍ਰੰਥੀ ਰੌਲ ਤੇ ਲੱਗਿਆ ਹੁਣ ਮੈਂ ਪੀ ਸਕਦਾ। ਯਾਨੀ ਉਹਦਾ ਮੁਕੱਦਮਾ ਹੱਕ ਵਿੱਚ ਹੋ ਗਿਆ। ਉਹ ਆਪ ਵਿਗੜਿਆ, ਉਹ ਸੌ ਵਿਗਾੜੂਗਾ। ਚਲੋ ਮਰਜ਼ਾਦਾ ਖਤਮ। ਇਸ ਕਰਕੇ ਜਿਹੜੀ ਇਤਿਹਾਸ ਵੀ ਸਾਨੂੰ ਮਿਲਦੀ ਹੈ ਨਾ ਮਰਜ਼ਾਦਾ, ਉਹ ਹੈ ਗੁਰੂ ਕੀ ਮਰਜ਼ਾਦਾ। ਹਾਈ ਕੋਰਟ ਦੀ ਜਿਹੜੀ ਕਾਨੂੰਨ ਦੀ ਮਰਜ਼ਾਦਾ ਉਹ ਵੱਖਰੀ ਹੈ, ਉਹ ਇੱਥੇ ਨਹੀਂ ਲਾਗੂ ਹੁੰਦਾ ਹੈ। ਉਹ ਉੱਥੇ ਲੋਕਾਂ ਤੇ ਦੁਨਿਆਵੀ ਰਾਜਨੀਤਿਕਾਂ ਤੇ ਹੋ ਸਕਦਾ ਹੈ। ਇਹ ਜਿਹੜੀ ਧਾਰਮਿਕ ਸੰਸਥਾ ਹੈ, ਇੱਥੇ ਜਿਹੜੀ ਧਾਰਮਿਕ ਸੰਸਥਾ ਦੇ ਅਸਥਾਨ ਉੱਥੋਂ ਦੀ ਮਰਜ਼ਾਦਾ ਦੇ ਉੱਥੋਂ ਦਾ ਕਾਨੂੰਨ ਲਾਗੂ ਹੈ। ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ। ਰੋਹ ਵਿਚਾਰ ਵੀ ਸਾਰੇ ਜਿਹੜੇ ਲੰਗਰ ਵਾਲੇ ਉਹਨਾਂ ਨੇ ਭਾਂਡੇ ਮਾਂਜੇ ਹੈ, ਸਭ ਤੋਂ ਪਹਿਲਾਂ ਇਸ਼ਨਾਨ ਕੀਤੇ ਫੇਰ ਲੱਗੇ ਹਨ ਸੇਵਾ ਵਿੱਚ।